पूरा प्रभ आराध्या पूरा जाका नाम। नानक पूरा पाया पूरे के गुण गाओ। आद रूप अनाद मूरत अजोन पुरख अपार। सर्ब महान त्रिमान देव अपेव यह देवधार। सर्ब पालक सर्ब कालक सर्ब कोपन काल। जतर ततर बराजही अवतूत रूप रसाल। सर्ब पालक सर्ब कालक सर्ब कोपन काल। जतर ततर बराजही अवतूत रूप रसाल। सतनाम श्री वाहिगुरु साहिब जी। पातशाही दसवीं त्वै प्रसाद। चलितर 79वां दोहरा। बन के एक बनारसी बिसन दात तिह नाम। विश्वमती ताकी त्रिया तन जाको बहुत हम। बन के एक बनारसी बिसन दात तिह नाम। विश्वमती ताकी त्रिया तन जाको बहुताम। वाहिगुरु जी का खालसा वाहिगुरु जी की फतेह। गुरु प्यारी साध संगत जी, आप जी सरवण कर रहे हो धन धन सतगुरु साहिब श्री गुरु ग्रंथ साहिब जी महाराज जी दी अपार रहमत ते बख्शिश दे नाल श्री चरित्र पाखियान दी पावन गुरबाणी दी लड़ीवार विचार सो सतगुरु जी दी बख्शिश दे नाल जो कि हुण तक 78 चरित्र विचार सहत हो चुके ने। आज 79वां चरित्र ਉਹਦੀ ਵਿਚਾਰ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਕਰਨੀ ਹੈ। ਤਾਂ ਤਕਰੀਬਨ ਨਵਾਜ਼ ਪਾਤਸ਼ਾਹ ਬਚਨ ਫਰਮਾਉਂਦੇ ਨੇ। ਦੋਹਰਾ ਬਨ ਕੇ ਏਕ ਬਨਾਰਸੀ ਬਿਸਨ ਦਾਤ ਤਿਹ ਨਾਮ। ਸਾਹਿਬ ਜੀ ਫਰਮਾਉਂਦੇ ਹਨ ਕਿ ਬਨਾਰਸ ਸ਼ਹਿਰ ਦੇ ਵਿੱਚ ਬਿਸ਼ਨ ਦੱਤ ਨਾਮ ਦਾ ਇੱਕ ਬਾਣੀਆ ਰਹਿੰਦਾ ਸੀ। ਵਿਸ਼ਵਮਤੀ ਤਾਕੀ ਤ੍ਰਿਆ ਧਨ ਜਾਕੋ ਬਹੁਤ ਹਮ। ਤੇ ਉਹ ਬਾਣੀਆ ਬਹੁਤ ਹੀ ਅਮੀਰ ਸੀ। ਉਹਦੀ ਇੱਕ ਘਰਵਾਲੀ ਸੀ ਜਿਸ ਦਾ ਨਾਮ ਸੀ ਵਿਸ਼ਵਮਤੀ। ਝਾਓ ਪਈ ਬਣਿਓ ਹੇਤ ਬਣਜ ਕੋਇ ਗਇਓ। ਮੈਨ ਦੁਖਿਆ ਤ੍ਰਿਆ ਕੋ ਅਤ ਦਇਓ। ਵਣਜ ਵਪਾਰ ਕਰਨ ਵਾਸਤੇ ਵਪਾਰੀਆ ਜਿਹੜਾ ਸੀ ਬਾਣੀਆ ਜਿਹੜਾ ਸੀ ਉਹ ਘਰ ਤੋਂ ਬਾਹਰ ਕਿਸੇ ਕੰਮ ਲਈ ਚਲਾ ਗਿਆ ਕੁਝ ਕੁ ਦਿਨਾਂ ਵਾਸਤੇ। ਉਸ ਤੋਂ ਮਗਰੋਂ ਉਹਦੀ ਘਰਵਾਲੀ ਸੀ ਉਸਨੂੰ ਕਾਮ ਨੇ ਬਹੁਤ ਹੀ ਸਤਾਇਆ ਬਹੁਤ ਦੁਖੀ ਕਰ ਦਿੱਤਾ ਕਾਮ ਨੇ। ਤਿਹ ਤ੍ਰਿਆ ਪੈ ਤੇ ਰਹਿਓ ਨ ਜਾਈ ਕੇਲ ਕੀਓ ਇੱਕ ਪੁਰਖ ਬੁਲਾਈ। ਤੇ ਉਸ ਇਸਤਰੀ ਦੇ ਕੋਲੋਂ ਕਾਮ ਵਾਸਨਾ ਭੋਗੇ ਤੋਂ ਬਗੈਰ ਰਿਹਾ ਨਾ ਗਿਆ। ਕਾਮ ਨੂੰ ਰੋਕਿਆ ਨਾ ਗਿਆ। ਉਸਨੇ ਆਖਰ ਭੋਗ ਵਿਲਾਸ ਕਰਨ ਵਾਸਤੇ ਇੱਕ ਆਦਮੀ ਨੂੰ ਆਪਣੇ ਕੋਲ ਬੁਲਾ ਲਿਆ। ਕੇਲ ਕਮਹਾਤ ਗਰਭ ਰਹਿ ਗਇਓ ਕੀਨੇ ਜਤਨ ਦੂਰ ਨਹਿ ਪਇਓ। ਉਹਦੇ ਨਾਲ ਉਸ ਆਦਮੀ ਦੇ ਨਾਲ ਭੋਗ ਕਰਦਿਆਂ ਹੋਇਆ ਉਸਨੂੰ ਗਰਭ ਠਹਿਰ ਗਿਆ। ਉਸਨੇ ਬੜੀ ਕੋਸ਼ਿਸ਼ ਕੀਤੀ ਕਿ ਇਹ ਗਰਭ ਜਿਹੜਾ ਹੈ ਮੇਰਾ ਡਿੱਗ ਜਾਵੇ ਕਿਸੇ ਨੂੰ ਪਤਾ ਨਾ ਚੱਲ ਸਕੇ ਮੇਰੇ ਘਰ ਵਾਲੇ ਨੂੰ ਪਤਾ ਨਾ ਚੱਲੇ ਕਿ ਮੈਂ ਇਵੇਂ ਕਰਕੇ ਪਾਪ ਕਮਾਇਆ ਹੈ। ਉਸਨੇ ਬੜੀ ਕੋਸ਼ਿਸ਼ ਕੀਤੇ ਬੜੇ ਉਪਾਅ ਕੀਤੇ ਪਰ ਕੋਈ ਵੀ ਯਤਨ ਸਫਲ ਨਾ ਹੋਇਆ। ਨਵ ਮਾਸਨ ਪਾਛੇ ਸੁਤ ਜਾਇਓ ਤਬ ਰਹਿ ਦਿਵਸ ਬੜਕ ਘਰੇ ਆਇਓ। 9 ਮਹੀਨੇ ਬੀਤ ਜਾਣ ਪਿੱਛੋਂ ਉਹਦੇ ਘਰ ਪੁੱਤਰ ਨੇ ਜਨਮ ਲਿਆ। ਤੇ ਉਸ ਦਿਨ ਹੀ ਬਾਣੀਆ ਵੀ ਆਪਣੇ ਘਰ ਦੇ ਵਿੱਚ ਆਪਣਾ ਕੰਮ ਕਾਰ ਕਰਕੇ ਵਾਪਸ ਆ ਗਿਆ। ਬਾਣੇ ਕਾ ਕੋਪ ਕਰ ਬਚਨ ਸੁਨਾਇਓ ਕਾਛ ਤ੍ਰਿਆ ਤੈ ਵਿਪਚਾਰ ਕਮਾਇਓ।
ਬਾਣੀਏ ਨੇ ਵੇਖਿਆ ਕਿ ਮੈਂ ਤਾਂ 9 ਮਹੀਨੇ ਬਾਹਰ ਗਿਆ ਹੋਇਆ ਸੀ, ਮੈਨੂੰ ਕਿਤਨਾ ਸਮਾਂ ਹੋ ਗਿਆ ਹੈ ਬਾਹਰ ਗਿਆ, ਤੇ ਪਿੱਛੋਂ ਬਾਲਕ ਕਿਵੇਂ ਜਨਮ ਲੈ ਸਕਦਾ ਹੈ। ਉਹ ਇਹ ਸੋਚ ਕੇ ਬੜਾ ਗੁੱਸੇ ਵਿੱਚ ਆਇਆ ਤੇ ਆਖਣ ਲੱਗਾ ਕਿ ਮੈਨੂੰ ਦੱਸ ਕਿ ਤੂੰ ਮੇਰੀ ਗੈਰ ਹਾਜ਼ਰੀ ਵਿੱਚ ਕਿਸੇ ਨਾਲ ਵੀ ਵਿਚਾਰ ਕੀਤਾ ਸੀ। ਭੋਗ ਕਰੇ ਬਿਨ ਭੂਤ ਨਾ ਹੋਈ, ਬਹਾਲ ਬਿਰਧ ਜਾਣਤ ਸਭ ਕੋਈ। ਆਖਣ ਲੱਗਾ ਕਿ ਭੋਗ ਦੀ ਕਿਰਿਆ ਕਰਨ ਤੋਂ ਬਿਨਾਂ ਬੱਚਾ ਨਹੀਂ ਹੋ ਸਕਦਾ। ਇਸ ਗੱਲ ਨੂੰ ਸਾਰੇ, ਕੋਈ ਬੱਚਾ ਹੈ, ਕੋਈ ਬੁੱਢਾ ਹੈ, ਜਵਾਨ ਹੈ, ਸਾਰੇ ਇਸ ਗੱਲ ਨੂੰ ਜਾਣਦੇ ਨੇ ਕਿ ਇਉਂ ਬੱਚੇ ਨਹੀਂ ਹੁੰਦੇ। ਸੁਣੋ ਹੋ ਸ਼ਾਹੋ ਮੈਂ ਕਥਾ ਸੁਣਾਉ, ਤੁਮਰੇ ਚਿਤ ਕੋ ਭਰਮ ਮਿਟਾਉ। ਅੱਗੋਂ ਬਾਣੀ ਦੀ ਘਰ ਵਾਲੀ ਬਿਸਮਤੀ ਆਖਣ ਲੱਗੀ ਕਿ ਹੇ ਮੇਰੇ ਪ੍ਰਾਨਨਾਥ, ਮੇਰੇ ਮਾਲਕ, ਮੇਰੀ ਗੱਲ ਸੁਣੋ। ਜੋ ਤੁਹਾਡੇ ਮਨ ਦੇ ਵਿੱਚ ਮੇਰੇ ਪ੍ਰਤੀ ਸ਼ੰਕਾ ਪੈ ਗਿਆ ਹੈ, ਉਹ ਮੈਂ ਤੁਹਾਡਾ ਦੂਰ ਕਰਦੀ ਹਾਂ। ਇੱਕ ਜੋਗੀ ਤੁਮਰੇ ਗ੍ਰਹਿ ਆਇਓ, ਤਿਹ ਪ੍ਰਸਾਦ ਤੇ ਗ੍ਰਹਿ ਸੁਤ ਪਾਇਓ। ਆਖਣ ਲੱਗੀ ਹੇ ਸ਼ਾਹੂਕਾਰ ਜੀ ਸੁਣੋ, ਤੁਹਾਡੀ ਗੈਰ ਹਾਜ਼ਰੀ ਵਿੱਚ ਇੱਕ ਜੋਗੀ ਸਾਡੇ ਘਰ ਆਇਆ ਸੀ ਤੇ ਉਹਨਾਂ ਦੀ ਕਿਰਪਾ ਨਾਲ, ਮਿਹਰ ਦੇ ਨਾਲ ਹੀ ਇਹ ਪੁੱਤਰ ਸਾਨੂੰ ਪ੍ਰਾਪਤ ਹੋਇਆ ਹੈ। ਦੋਹਰਾ ਮੁਰਜਨਾਥ ਜੋਗੀ ਹੁਤੋ, ਸੋ ਆਇਓ ਇਹ ਤਹਮ। ਜਿਹੜਾ ਉਹ ਜੋਗੀ ਸੀ ਉਸਦਾ ਨਾਮ ਸੀ ਮੁਰਜਨਾਥ, ਤੇ ਉਹ ਇੱਥੇ ਚੱਲ ਕੇ ਸਾਡੇ ਘਰ ਦੇ ਵਿੱਚ ਆਇਆ ਸੀ। ਦ੍ਰਿਸ਼ਟ ਭੋਗ ਮੋਸਉ ਕੀਓ, ਸੁਤ ਦੀਨੋ ਗ੍ਰਹਿ ਰਾਮ। ਤੇ ਉਹਨਾਂ ਨੇ ਮੇਰੇ ਨਾਲ ਦ੍ਰਿਸ਼ਟੀ ਦੇ ਨਾਲ ਹੀ ਭੋਗ ਕੀਤਾ, ਜਿਸ ਤੋਂ ਪ੍ਰਮਾਤਮਾ ਨੇ ਸਾਨੂੰ ਤਰੁੱਠ ਕੇ ਇਹ ਪੁੱਤਰ ਦੀ ਦਾਤ ਬਖਸ਼ੀ ਹੈ। ਬਨਿਕ ਬਚਨ ਸੁਨ ਚੁਪ ਰਹਿਓ, ਮਨ ਮੈਂ ਭਇਓ ਪ੍ਰਸੰਨ। ਬਾਣੀਆ ਆਪਣੇ ਘਰ ਵਾਲੀ ਦੀ ਇਹ ਗੱਲ ਸੁਣ ਕੇ ਚੁੱਪ ਜਿਹਾ ਹੋ ਗਿਆ, ਪਰ ਆਖਿਰ ਮਨ ਦੇ ਵਿੱਚ ਖੁਸ਼ ਵੀ ਹੋਇਆ। ਦ੍ਰਿਸ਼ਟ ਭੋਗ ਜਿਨ ਸੁਤ ਦਿਓ, ਧਰਨੀ ਤਲ ਸੋ ਧਨ। ਸੋਚਣ ਲੱਗਾ ਕਿ ਉਹ ਜੋਗੀ ਜਿਸਦੀ ਦ੍ਰਿਸ਼ਟੀ ਦੇ ਨਾਲ ਹੀ, ਮਿਹਰ ਦੇ ਨਾਲ ਸਾਡੇ ਘਰ ਪੁੱਤਰ ਪੈਦਾ ਹੋ ਗਿਆ, ਤੇ ਉਹ ਜੋਗੀ ਤਾਂ ਬੜਾ ਹੀ ਸਿੱਧ ਪੁਰਸ਼ ਹੋਵੇਗਾ, ਜਿਸਦੇ ਸਾਡੇ ਘਰ ਚਰਨ ਪਏ ਹਨ। ਉਹਦੇ ਚਰਨ ਪੈ ਜਾਣ ਦੇ ਨਾਲ ਸਾਡਾ ਤਾਂ ਘਰ ਵੀ ਪਵਿੱਤਰ ਹੋ ਚੁੱਕਾ ਹੈ। ਇਉਂ ਸੋਚ ਕੇ ਆਪਣੇ ਮਨ ਦੇ ਵਿੱਚ ਜੋਗੀ ਨੂੰ ਧੰਨ ਧੰਨ ਆਖਣ ਲੱਗ ਪਿਆ, ਪਰ ਇਸਤਰੀ ਛਲ ਕਪਟ ਨੂੰ ਉਹ ਜਾਣ ਨਾ ਸਕਿਆ। ਸੋ ਇਸ ਪ੍ਰਕਾਰ ਚਰਿੱਤਰ ਦੀ ਸਮਾਪਤੀ ਕਰਦੇ ਸਾਹਿਬ ਜੀ ਫਰਮਾਉਂਦੇ ਹਨ, ਇਹ ਸ਼੍ਰੀ ਚਰਿੱਤਰ ਪਖਿਆਨੇ ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, 79ਵਾਂ ਚਰਿੱਤਰ ਸਮਾਪਤਮ, ਸਤ ਸ਼ੁਭਮ ਸਤ ਅਫਜੂ। ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਚਰਿੱਤਰੋਪਾਖਿਆਨ ਦੇ ਤ੍ਰਿਆ ਚਰਿੱਤਰ ਦਾ, ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 79ਵਾਂ ਚਰਿੱਤਰ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਚਰਿੱਤਰੋਪਾਖਿਆਨ ਦੇ ਤ੍ਰਿਆ ਚਰਿੱਤਰ ਦਾ 79ਵਾਂ ਚਰਿੱਤਰ, ਜਿਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਤੇ ਸਤਿਗੁਰੂ ਜੀ ਨੇ ਆਪ ਰਹਿਮਤ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਪਿਆਰੀ ਸਾਧ ਸੰਗਤ ਜੀ, ਇਸ ਚਰਿੱਤਰ ਦੇ ਵਿੱਚ ਵੀ ਇੱਕ ਇਸਤਰੀ ਦੇ ਛਲ ਕਪਟ ਬਾਰੇ ਗੁਰੂ ਸਾਹਿਬਾਨ ਨੇ ਵਿਸਥਾਰ ਸਹਿ ਦਰਸਾਇਆ ਹੈ। ਸੋ ਅਸੀਂ ਆਪਣੇ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰੀਏ, ਜੇ ਸਤਿਗੁਰੂ ਮਹਾਰਾਜ ਜੀ ਸਾਨੂੰ ਉਹ ਚਰਿੱਤਰਾਂ ਬਾਰੇ ਨਾ ਦੱਸਦੇ ਕਿ ਇਸਤਰੀ ਤੇ ਪੁਰਸ਼ ਜਿਹੜੇ ਹਨ ਵਿਕਾਰਾਂ ਦੇ ਵੱਸ ਹੋ ਕੇ ਜਾਂ ਮਲੀਨ ਬੁੱਧੀ ਦੇ ਵੱਸ ਵਿੱਚ ਹੋ ਕਰਕੇ ਕਿਵੇਂ ਦੇ ਪਾਪ ਕਮਾਉਂਦੇ ਹਨ, ਤੇ ਉਸ ਪਾਪ ਨੂੰ ਛੁਪਾਉਣ ਵਾਸਤੇ ਕਿਵੇਂ ਦੇ ਛਲ ਕਪਟ ਕਰਦੇ ਹਨ। ਤਾਂ ਜਿਵੇਂ ਸਾਹਿਬ ਜੀ ਨੇ ਫਰਮਾਇਆ ਹੈ ਕਿ ਦੇਵਤੇ, ਰਾਖਸ਼, ਕਿੰਨਰ, ਵੱਡੇ ਵੱਡੇ ਰਾਜੇ ਮਹਾਰਾਜੇ, ਅਮੀਰ ਲੋਕ, ਉਹ ਵੀ ਇਸਤਰੀ ਦੇ ਭੇਦ ਨੂੰ ਜਾਣ ਨਾ ਸਕੇ, ਇਵੇਂ ਅਸੀਂ ਵੀ ਨਹੀਂ ਜਾਣ ਸਕਣਾ ਸੀ। ਪਰ ਸਾਡੇ ਉੱਤੇ ਸਤਿਗੁਰਾਂ ਦਾ ਤਰਸ ਹੈ ਕਿ ਉਹਨਾਂ ਨੇ ਚਰਿੱਤਰੋਪਾਖਿਆਨ ਦੀ ਬਾਣੀ ਰਚ ਕਰਕੇ ਸਾਡੇ ਤਾਈਂ ਸਿੱਖਿਆ ਤੌਰ ਤੇ ਸਮਝਾਉਣਾ ਕੀਤਾ ਹੈ ਕਿ ਇਸਤਰੀਆਂ ਤੇ ਪੁਰਸ਼ ਮੰਦ ਬੁੱਧੀ ਦੇ ਅਧੀਨ ਹੋ ਕਰਕੇ ਕਿਵੇਂ ਦੇ ਪਾਪ ਕਰਦੇ ਹਨ, ਤੇ ਉਹਨਾਂ ਪਾਪਾਂ ਦੇ ਕਰਕੇ ਜਿਹੜੀ ਸਜ਼ਾ ਭੋਗਣੀ ਪੈਂਦੀ ਹੈ ਉਹਦੇ ਬਾਰੇ ਦੱਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹੈ, ਜਿਹੜਾ ਕਿ ਹੋਰ ਕਿਸੇ ਧਰਮ ਦੇ ਜੋ ਰਹਿਬਰ ਹਨ ਉਹ ਇਹਨਾਂ ਗੱਲਾਂ ਦੇ ਬਾਬਤ ਕੋਈ ਦੱਸ ਨਹੀਂ ਸਕਿਆ, ਨਾ ਹੀ ਕੋਈ ਸਮਝਾ ਸਕਿਆ ਹੈ। ਸਾਰੇ ਧਰਮ ਸਤਿਕਾਰਯੋਗ ਹਨ, ਪਰ ਜੋ ਬਖਸ਼ਿਸ਼ ਸਤਿਗੁਰੂ ਸਾਹਿਬ ਜੀ ਨੇ ਸਾਡੇ ਤਾਈਂ ਕੀਤੀ ਹੈ, ਇਹ ਹੋਰ ਕੋਈ ਨਹੀਂ ਕਰ ਸਕਿਆ। ਸੋ ਸਤਿਗੁਰੂ ਮਹਾਰਾਜ ਜਿਤਨਾ
ਸ਼ੁਕਰਾਨਾ ਕਰ ਸਕਦੇ ਹਾਂ ਉਤਨਾ ਹੀ ਸ਼ੁਕਰਾਨਾ ਕਰੀਏ। ਫਿਰ ਇਕੱਲਾ ਇਹੀ ਨਹੀਂ ਕਿ ਕੋਈ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਹੈ ਕਿ ਅਜਿਹੇ ਰੋਗ ਜਿਹੜੇ ਹਨ ਮੰਦ ਬੁੱਧੀ ਦੇ ਅਧੀਨ ਹੋ ਕਰਕੇ ਜੋ ਪੁਰਸ਼ ਹਨ, ਇਸਤਰੀਆਂ ਹਨ, ਉਹ ਇਵੇਂ ਦੇ ਪਾਪ ਕਮਾਉਂਦੇ ਨੇ। ਇਕੱਲਾ ਇਹੀ ਨਹੀਂ ਦੱਸਿਆ ਕਿ ਪਾਪ ਕਮਾਉਂਦੇ ਨੇ, ਉਹਨਾਂ ਪਾਪਾਂ ਤੋਂ ਕਿਵੇਂ ਬਚਣਾ ਹੈ ਇਹ ਵੀ ਮਾਰਗ ਵੀ ਸਾਨੂੰ ਪ੍ਰਗਟ ਕੀਤਾ ਹੈ। ਹੁਣ ਜਿਵੇਂ ਇਹ ਚਰਿੱਤਰ ਦੇ ਵਿੱਚ ਆਇਆ ਹੈ ਕਿ ਬਿਸਵਮਤੀ ਦਾ ਘਰ ਵਾਲਾ ਬਾਹਰ ਚਲਾ ਜਾਂਦਾ ਹੈ, ਮਗਰੋਂ ਉਹ ਕਾਮ ਤੋਂ ਵਿਆਕੁਲ ਹੋ ਜਾਂਦੀ ਹੈ, ਆਪਣੇ ਆਪ ਨੂੰ ਰੋਕ ਨਹੀਂ ਪਾਉਂਦੀ ਤੇ ਆਖਿਰ ਉਸ ਨੂੰ ਪਰਾਏ ਮਰਦ ਨਾਲ ਵਿਚਾਰ ਕਰਨਾ ਹੀ ਪੈਂਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਇਹ ਦੱਸਿਆ ਹੈ ਕਿ ਇਹ ਜੋ ਪਰਾਏ ਮਰਦ ਨਾਲ ਵਿਚਾਰ ਕਰਨਾ ਇਹ ਗਲਤ ਗੱਲ ਹੈ, ਬਹੁਤ ਵੱਡਾ ਬੱਜਰ ਪਾਪ ਹੈ, ਤੇ ਉਹ ਜੇਕਰ ਸਾਡੇ ਮਨ ਦੇ ਵਿੱਚ ਕੋਈ ਐਸੀ ਵਿਕਾਰੀ ਭਾਵਨਾ ਆਉਂਦੀ ਹੈ ਤਾਂ ਉਸ ਤੋਂ ਅਸੀਂ ਕਿਵੇਂ ਬਚਣਾ ਹੈ, ਇਹ ਵੀ ਮਾਰਗ ਸਤਿਗੁਰੂ ਨੇ ਸਾਨੂੰ ਗੁਰਬਾਣੀ ਵਿੱਚ ਬਖਸ਼ਿਸ਼ ਕੀਤਾ ਹੈ। ਜਿਵੇਂ ਪੰਜਵੇਂ ਪਾਤਸ਼ਾਹ ਜੀ ਕਾਮ ਦੇ ਬਾਬਤ ਦੱਸਦੇ ਹੋਏ ਬਚਨ ਫਰਮਾਉਂਦੇ ਨੇ ਕਿ ਹੇ ਕਾਮੰ ਨਰਕ ਬਸਰਾਮੰ ਬਹੁ ਜੋਨੀ ਭਰਮਾਵਣ ਹੈ। ਜਿਹੜਾ ਕਾਮ ਹੈ ਇਹ ਨਰਕਾਂ ਦੇ ਵਿੱਚ ਵਾਸਾ ਦੇਣ ਵਾਲਾ ਹੈ ਕਿ ਜੇਕਰ ਕਾਮ ਆਪਣੀ ਮਰਿਆਦਾ ਤੋਂ ਬਾਹਰ ਟੱਪ ਜਾਂਦਾ ਹੈ ਤੇ ਇਹਦੇ ਕਰਕੇ ਨਰਕਾਂ ਦੇ ਵਿੱਚ ਵਾਸਾ ਹੁੰਦਾ ਹੈ ਜੀਵ ਦਾ, ਤੇ ਬਹੁਤੀਆਂ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਜਿਹੜੇ ਕਾਮ ਦੇ ਵਸ ਹੋ ਕੇ ਵਿਚਾਰ ਕਰਨ ਲੱਗ ਜਾਂਦੇ ਹਨ, ਤੇ ਇਸ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ ਕਿ ਤਵ ਭੈ ਬਿਮੁੰਜਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਇਹਦਾ ਡਰ ਕੇਵਲ ਸਾਧ ਸੰਗਤ ਵਿੱਚ ਆ ਕਰਕੇ ਪਰਮੇਸ਼ਰ ਦੀ ਓਟ ਲੈ ਕੇ ਗੁਰਬਾਣੀ ਦਾ ਜਪ ਜਪ ਕੇ ਗੁਰੂ ਵਾਲੇ ਬਣ ਕੇ ਫਿਰ ਹੀ ਇਹ ਡਰ ਜਿਹੜਾ ਹੈ ਉਹ ਖਤਮ ਹੁੰਦਾ ਹੈ, ਉਂਝ ਨਹੀਂ। ਜਿਵੇਂ ਕਿ ਭਾਈ ਜੋਗਾ ਸਿੰਘ ਜੀ ਵੀ ਆਖਿਰ ਵਾਸ਼ਨਾ ਅਧੀਨ ਹੋ ਕਰਕੇ ਭਟਕ ਗਏ ਸਨ, ਹਉਮੈ ਵਸ ਹੋ ਕੇ ਫਿਰ ਅੰਦਰ ਵਾਸ਼ਨਾ ਆ ਗਈ, ਆਪਣੇ ਸਿਧਾਂਤ ਤੋਂ ਭਟਕ ਗਏ ਸਨ, ਪਰ ਸਮਰੱਥ ਗੁਰੂ ਦਾ ਸਾਥ ਹੋਣ ਕਰਕੇ ਸਤਿਗੁਰੂ ਜੀ ਨੇ ਆਪਣੇ ਬੱਚੇ ਨੂੰ ਕਿਤੇ ਵੀ ਗਲਤ ਪਾਸੇ ਜਾਣ ਨਹੀਂ ਦਿੱਤਾ, ਉਸ ਨੂੰ ਵਾਪਸ ਮੋੜ ਹੀ ਲਿਆ ਸੀ, ਸਰਬ ਤਰ੍ਹਾਂ ਕਰਕੇ ਰੱਖਿਆ ਕੀਤੀ ਸੀ। ਸੋ ਸਤਿਗੁਰਾਂ ਦਾ ਸਾਡੇ ਉੱਤੇ ਬਖਸ਼ਿਸ਼ ਹੈ, ਰਹਿਮਤ ਹੈ, ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਇਹ ਜੋ ਸਿੱਖਿਆ ਹੈ ਉਹ ਸਾਡੇ ਜੀਵਨ ਦੇ ਅਮਲੀ ਰੂਪ ਦੇ ਵਿੱਚ ਆ ਜਾਵੇ, ਅਸੀਂ ਸਤਿਗੁਰੂ ਜੀ ਦੀ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝ ਸਕੀਏ ਅਤੇ ਆਪਣੇ ਜੀਵਨ ਦੇ ਵਿੱਚ ਲਾਗੂ ਕਰਕੇ ਸਤਿਗੁਰਾਂ ਦੀ ਹੱਥੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਸੋ ਪਿਆਰੀ ਸਾਧ ਸੰਗਤ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਪਿਤਾ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਬਖਸ਼ ਲੈਣਾ। ਗੁਰੂ ਸਾਹਿਬ ਜੀ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।